ਸਤਿ ਸ੍ਰੀ ਅਕਾਲ ਗੁਰੂ ਜੀ ਤੇ ਸਾਧ ਸੰਗਤ ਜੀ। ਅੱਜ ਅਸੀਂ 24ਵੀਂ ਅਸ਼ਟਪਦੀ ਤੇ ਅਰਥ ਸੁਣਨ ਜਾ ਰਹੇ ਹਾਂ। ਇਸ ਅਸ਼ਟਪਦੀ ਵਿੱਚ ਸਾਰੀ ਬਾਣੀ ਦਾ ਸਾਰ ਸਿਧਾਂਤ ਹੈ। ਸ਼ਲੋਕ ਵਿੱਚ ਪੂਰੇ ਪ੍ਰਭ ਦੀ ਆਰਾਧਨਾ ਹੈ। ਉਸ ਦੇ ਪੂਰੇ ਨਾਮ ਦੀ ਆਰਾਧਨਾ ਦੁਆਰਾ ਕਰਨ ਨਾਲ ਅਸੀਂ ਪੂਰੇ ਪ੍ਰਭ ਦੀ ਪ੍ਰਾਪਤੀ ਕਿਸ ਤਰ੍ਹਾਂ ਕਰ ਸਕਦੇ ਹਾਂ, ਇਸ ਦਾ ਵਰਣਨ ਕੀਤਾ ਗਿਆ ਹੈ। ਪੂਰੇ ਪ੍ਰਭ ਦੀ ਪ੍ਰਾਪਤੀ ਪੂਰਨ ਪਦ ਹੈ। ਇਸ ਤੋਂ ਪਰੇ ਹੋਰ ਕੋਈ ਪਦ ਨਹੀਂ। ਇਹ ਪਾ ਕੇ ਅਸੀਂ ਅਕਰੇ ਨਹੀਂ ਹੋ ਬੈਠੇ। ਹੁਣ ਵੀ ਪੂਰੇ ਦੇ ਗੁਣ ਗਾ ਰਹੇ ਹਾਂ। ਆਤਮਾ ਪਰਮਾਤਮਾ ਦਾ ਮਿਲਾਪ ਪਾ ਕੇ ਤਦ ਰੂਪ ਹੈ, ਪਰ ਸਰੀਰ ਕੰਮ ਕਰਦਾ ਹੈ ਤਾਂ ਤੇ ਬਿਰਤੀਆਂ ਕੰਮ ਕਰਦੀਆਂ ਹਨ। ਸੋ ਆਪਣੀ ਬਿਰਤੀ ਵਿੱਚ ਕਹੋ, ਮਨ ਵਿੱਚ ਕਹੋ ਗੱਲ ਕਿ ਸਾਰੇ ਸਰੀਰ ਤੇ ਇੰਦਰੀਆਂ ਵਿੱਚ ਪ੍ਰਭੂ ਵਿਆਪਤ ਹੈ। ਉਸ ਦੇ ਗੁਣਾਵਾਦ ਨੂੰ ਤੇ ਗੁਣ ਸਿਮਰਨ ਵਿੱਚ ਮਨ ਇੰਦਰੇ ਤਦਰੂਪ ਹਨ। ਜਦੋਂ ਗਿਆਨ ਜਾਂ ਪੂਰਨ ਪਦ ਦਾ ਦਾਅਵਾ ਅਸੀਂ ਕਰਦੇ ਹਾਂ ਕਿ ਅਸੀਂ ਗਿਆਨੀ ਹੋ ਗਏ ਹਾਂ, ਤਾਂ ਅਸੀਂ ਸਫਲ ਅਵਸਥਾ ਦਾ ਵਰਣਨ ਨਹੀਂ ਕਰ ਸਕਦੇ। ਗੁਰੂ ਸਾਹਿਬ ਸ਼ਲੋਕ ਵਿੱਚ ਇਹ ਕੁਝ ਫਰਮਾ ਕੇ ਅਸ਼ਟਪਦੀ ਵਿੱਚ ਜਗਤ ਨੂੰ ਤਾਰਨ ਨਿਮਿਤ ਇਸ ਪਰਮ ਪਦ ਤੇ ਪਹੁੰਚਣ ਲਈ ਸਿੱਧਾ ਉਪਦੇਸ਼ ਦੇ ਰਹੇ ਹਨ। ਜੋ ਰਸਤਾ ਉਹ ਦੱਸ ਰਹੇ ਹਨ, ਉਹ ਪਹਿਲੇ ਪਦੇ ਵਿੱਚ ਹੀ ਸਪਸ਼ਟ ਹੋ ਜਾਂਦਾ ਹੈ ਕਿ ਪ੍ਰੇਮਾ ਭਗਤੀ ਦੇ ਨਾਲ ਹੀ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਵਾਹਿਗੁਰੂ ਨੂੰ ਨੇੜੇ ਤੋਂ ਨੇੜੇ ਜਾਣੋ, ਭਾਵ ਉਸ ਦੀ ਹਜ਼ੂਰੀ ਵਿੱਚ ਆਪ ਨੂੰ ਪ੍ਰਤੀਤ ਕਰੋ। ਇਸ ਪ੍ਰਯਤਨ ਲਈ ਸਵਾਸ ਨਾਮ ਜਪੋ। ਆਸਾਂ ਦਾ, ਤ੍ਰਿਸ਼ਨਾ ਵਾਸਨਾ ਦਾ ਤਿਆਗ ਕਰੋ। ਇਸ ਤਰ੍ਹਾਂ ਹੀ ਉਸ ਨੂੰ ਭੁੱਲੋ, ਉਸੀ ਪਲ ਬੇਨਤੀ ਕਰੋ। ਸਹਾਇਤਾ ਦੀ ਲੋੜ ਸਮਝੋ ਤੇ ਅਰਦਾਸ ਬੇਨਤੀ ਕਰੋ। ਇਸ ਵਿੱਚ ਸਹਾਇਤਾ ਨਾਮ ਪ੍ਰੇਮੀ ਸਾਧੂ ਜਾਂ ਸਤਸੰਗੀ ਦਾ ਸਾਥ ਲਓ, ਤਾਂ ਜੋ ਤੁਹਾਡੇ ਤੇ ਉਪਕਾਰ ਹੋਏ ਉਹਨਾਂ ਦਾ, ਤੇ ਤੁਸੀਂ ਸਿਮਰਨ ਕਰਕੇ ਹਰੀ ਧਨ ਦੇ ਮਨੋ ਭੰਡਾਰ ਭਰ ਲਓ। ਖੇਮ, ਕੁਸ਼ਲ, ਸਹਿਜਾਨੰਦ ਨਾਮ ਹੀ ਨਹੀਂ, ਗੁਣ ਗੋਵਿੰਦ ਗਿਆਨ ਦਾ ਰਸ ਵੀ ਪੀਓ। ਸਿਮਰਨ ਤੇ ਗੁਣ ਗਿਆਨ ਨਾਲ ਚਿੱਤ ਵਿੱਚ ਇੱਕ ਚਿੰਤਨ ਵਸਾਓ। ਅਨੇਕ ਚਿੰਤਨ ਜੋ ਹਰ ਵੇਲੇ ਜਾਰੀ ਹੈ, ਉਸ ਦੀ ਥਾਂ ਇੱਕੋ ਹੀ ਚਿੰਤਨ ਕਰੋ। ਉਹ ਇੱਕ ਚਿੰਤਨ ਆਪਣੇ ਪਰਮੇਸ਼ਵਰ ਦਾ ਕਰੋ। ਅਨੇਕ ਚਿੰਤਨ ਵਿੱਚ ਮਨ ਐਵੇਂ ਵਿਹਲਾ ਖਰਚ ਹੋ ਰਿਹਾ ਹੈ। ਇਹ ਸਮਝੋ, ਪ੍ਰਭੂ ਦੇ ਚਿੰਤਨ ਨਾਲ ਉਹ ਇੱਕ ਅੰਦਰ ਸਾਡੀ ਜੋ ਲਖਤਾ ਵਿੱਚ ਆ ਕੇ ਸਾਨੂੰ ਪ੍ਰਾਪਤ ਹੋ ਜਾਏਗਾ, ਜਾਂ ਅਸੀਂ ਉਸ ਨਾਲ ਰਲ ਮਿਲ ਰਚ ਮਿਚ ਜਾਵਾਂਗੇ। ਦੂਸਰੇ ਪਦੇ ਵਿੱਚ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਹਨ। ਤੀਸਰੇ ਪਦੇ ਵਿੱਚ ਉਹ ਦੱਸਦੇ ਹਨ ਕਿ ਆਪਣੇ ਗੁਰਤਵ ਦੇ ਪਦ ਤੋਂ ਆਪਣੇ ਇਲਾਹੀ ਤੇ ਇਲਾਹਵੀ ਵਾਕਾਂ ਨੂੰ ਕਹਿੰਦੇ ਹੋਏ ਸਾਨੂੰ ਸਮਝਾ ਰਹੇ ਹਨ ਕਿ ਜੋ ਸਾਧੂ ਹਨ, ਉਹਨਾਂ ਨੇ ਅਮੋਲਕ ਲਾਲਾਂ ਤੇ ਰਤਨਾਂ ਵਾਂਗੂ ਪ੍ਰਮਾਤਮਾ ਨੂੰ ਪਾ ਕੇ ਕਮਾਈ ਕਰਕੇ ਪਾ ਲਿਆ ਹੈ, ਤੇ ਤੁਸੀਂ ਆਪ ਵੀ ਤਰਦੇ ਹੋ ਤੇ ਦੂਸਰਿਆਂ ਨੂੰ ਵੀ ਤਾਰਦੇ ਹੋ ਜਦੋਂ ਤੁਸੀਂ ਪ੍ਰਮਾਤਮਾ ਦੇ ਦਿੱਤੇ ਹੋਏ ਵਚਨ ਤੇ ਚੱਲਦੇ ਹੋ। ਚੌਥੇ ਪਦੇ ਵਿੱਚ ਫੇਰ ਉਹ ਆਪਣੇ ਦੁਆਰਾ ਉਪਦੇਸ਼ ਕਰਦੇ ਹਨ ਕਿ ਆਪਣਾ ਤਜਰਬਾ ਦੱਸ ਕੇ ਕਿਸ ਤਰ੍ਹਾਂ ਉਹ ਦੂਜਿਆਂ ਨੂੰ ਪ੍ਰੇਰਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾ ਲਿਆ ਹੈ। ਅਸੀਂ ਗੁਰੂ ਸ਼ਰਨ ਆਏ ਹਾਂ, ਅੰਮ੍ਰਿਤ ਨਾਮ ਲਿੱਤਾ ਹੈ, ਸਤਸੰਗ ਕੀਤਾ ਹੈ, ਗੁਰੂ ਦੀ ਮਿਹਰ ਹੋਈ ਹੈ ਤੇ ਅਸੀਂ ਮੰਜ਼ਿਲ ਤੇ ਪਹੁੰਚ ਗਏ ਹਾਂ। ਪੰਜਵੇਂ ਪਦੇ ਵਿੱਚ ਮੁੜ ਕੇ ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਜਿਗਿਆਸੂਆਂ ਨੂੰ, ਸੰਤਾਂ ਨੂੰ, ਮਿੱਤਰਾਂ ਨੂੰ ਕਿ ਸੁਖਮਨੀ ਨੂੰ ਪੜ੍ਹੋ। ਪੜ੍ਹ ਕੇ ਛੱਡ ਨਾ ਦਿਓ, ਇਸ ਦੇ ਉਪਦੇਸ਼ ਨੂੰ ਧਾਰਨ ਕਰੋ। ਉਹ ਉਪਦੇਸ਼ ਕੀ ਹੈ? ਸਾਵਧਾਨ ਹੋ ਕੇ ਦਿਲ ਜੋੜ ਕੇ ਨਾਮ ਜਪੋ। ਇਸ ਤਰ੍ਹਾਂ ਹਰੀ ਦਾ ਧਨ ਇਕੱਠਾ ਕਰੋ। ਤੁਹਾਨੂੰ ਸ੍ਰੇਸ਼ਟਤਾ ਮਿਲੇਗੀ, ਇੱਛਾਵਾਂ ਪੂਰਨ ਹੋਣਗੀਆਂ, ਪਰਮ ਪਦ ਜੋ ਉੱਚੇ ਤੇ ਉੱਚਾ ਹੈ ਉਹ ਮਿਲੇਗਾ। ਛੇਵੇਂ ਅੰਗ ਵਿੱਚ ਉਹ ਸਾਰੇ ਪਦਾਰਥਾਂ ਵੇਰਵੇਵਾਰ ਗਿਣਦੇ ਹਨ ਜੋ ਗੁਰੂ ਸਾਹਿਬ ਜੀ ਦੇ ਉਪਦੇਸ਼ ਸੁਣ ਕੇ ਉਹਨਾਂ ਨੂੰ ਮਨ ਵਿੱਚ ਧਾਰਨ ਕਰ ਨਾਲ ਪ੍ਰਾਪਤ ਹੁੰਦੇ ਹਨ। ਇਸ ਦਾ ਭਾਵ ਇਹ ਹੈ ਕਿ ਨਾਮ ਦੁਆਰਾ
ਈਸ਼ਵਰ ਆਰਾਧਨਾ ਨਾਲ ਇਹ ਸਭ ਕੁਝ ਮਿਲੇਗਾ। ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਛੱਡ ਕੇ ਹੋਰ ਪਾਸੇ ਅਸੀਂ ਨਾ ਭਟਕੀਏ। 7ਵੇਂ ਪਦੇ ਵਿੱਚ ਗੁਰੂ ਸਾਹਿਬ ਦੱਸਦੇ ਹਨ ਕਿ ਅਸੀਂ ਜੋ ਨਾਮ ਦਾ ਮਾਰਗ ਦੱਸਿਆ ਹੈ, ਸਾਰੇ ਮਤ ਭਉ ਚਉ ਹੋਰ ਦੱਸ ਕੇ ਜਿੱਥੇ ਆਉਂਦੇ ਹਨ ਉਹ ਵਾਹਿਗੁਰੂ ਦਾ ਨਾਮ ਹੀ ਹੁੰਦਾ ਹੈ। ਨਾ ਕੇਵਲ ਸ਼ਾਸਤਰ ਵੇਦ ਸਿਮਰਤੀਆਂ ਬਲਕਿ ਜਿੰਨੇ ਵੀ ਈਸ਼ਵਰ ਚਿੰਤਨ ਦੇ ਰਸਤੇ ਹਨ ਉਹ ਇੱਥੇ ਹੀ ਆ ਕੇ ਟਿਕਦੇ ਹਨ। ਅਸੀਂ ਆਪਣਾ ਵਾਹਿਗੁਰੂ ਦੇ ਹੁਕਮ ਵਿੱਚ ਰਹੀਏ ਤੇ ਆਪਣਾ ਕੀਤਾ ਹੋਇਆ ਤਜਰਬਾ ਗੁਰੂ ਸਾਹਿਬ ਕਹਿੰਦੇ ਹਨ ਕਿ ਦੱਸਿਆ ਗਿਆ ਹੈ। ਜੋ ਜਿਹੜੇ ਨਾਮੀ ਪੁਰਖ ਹਨ ਉਹ ਸਤਸੰਗ ਵਿੱਚ ਆਉਂਦੇ ਹਨ ਤੇ ਨਾਮ ਜਪਦੇ ਹਨ। ਇਸ ਨੂੰ ਆਪਣੇ ਮਨ ਵਿੱਚ ਵਸਾ ਲਓ। ਸਭ ਪਾਪ ਅਪਰਾਧ ਸਤਸੰਗ ਵਿੱਚ ਆ ਕੇ ਮਿਟ ਜਾਣਗੇ। ਜਮ ਦੀ ਫਾਹੀ ਇਸੇ ਤਰ੍ਹਾਂ ਟੁੱਟੇਗੀ। ਅਖੀਰਲੇ ਪਦੇ ਵਿੱਚ ਫੇਰ ਸੁਖਮਨੀ ਨੂੰ ਸੁਣ ਪੜ੍ਹ ਕੇ ਮਨ ਵਿੱਚ ਵਸਾਉਣ ਦਾ ਉਪਦੇਸ਼ ਹੈ। ਗੁਰੂ ਸਾਹਿਬ ਫਰਮਾਉਂਦੇ ਹਨ, ਜੋ ਇਸ ਨੂੰ ਮਨ ਵਿੱਚ ਵਸਾਏਗਾ ਉਹ ਇਸ ਦੇ ਹੁਕਮ ਤੇ ਤੁਰ ਸਕੇਗਾ। ਇਸ ਦਾ ਹੁਕਮ ਹੈ, ਤਿਸ ਜਨ ਆਵੇ ਹਰ ਪ੍ਰਭ ਚੀਤ। ਇਸ ਦਾ ਫਲ ਕੀ ਹੋਏਗਾ? ਦੁੱਖ ਰੋਗ ਭੈ ਭਰਮ ਭੱਜ ਜਾਣਗੇ, ਨਾਸ ਹੋ ਜਾਣਗੇ, ਕਰਮ ਨਿਰਮਲ ਹੋ ਜਾਣਗੇ, ਲੋਕ ਭਲਾ ਕਹਿਣਗੇ, ਦੇਹ ਦਾ ਉਧਾਰ ਹੋਏਗਾ, ਇੱਜ਼ਤ ਬਣੇਗੀ। ਸਭ ਤੋਂ ਉੱਚੀ ਇੱਜ਼ਤ ਉਹ ਹੁੰਦੀ ਕੀ ਹੈ? ਕਰਨਹਾਰ ਵਾਹਿਗੁਰੂ ਦੀ ਸ਼ਰਨ ਵਿੱਚ ਪਹੁੰਚ ਕੇ ਉਸ ਵਿੱਚ ਇਕਮਿਕ ਹੋ ਜਾਣਾ। ਜਿਸ ਦੀ ਸੇਵਾ ਕੀਤੀ ਉਸ ਵਿੱਚ ਪ੍ਰਾਪਤ ਹੋ ਜਾਣਾ। ਸ਼ਲੋਕ। ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਗੁਰੂ ਸਾਹਿਬ ਕਹਿੰਦੇ ਹਨ, ਪ੍ਰਭੂ ਪੂਰਾ ਹੈ, ਜਿਸ ਪੂਰੇ ਦਾ ਨਾਉ ਵੀ ਪੂਰਾ ਹੈ। ਉਸ ਪੂਰੇ ਪ੍ਰਭੂ ਦੀ ਪੂਰੇ ਨਾਮ ਦੁਆਰਾ ਆਰਾਧਨਾ ਕੀਤੀ ਹੈ। ਗੁਰੂ ਸਾਹਿਬ ਕਹਿੰਦੇ ਹਨ, ਪੂਰਾ ਪ੍ਰਭੂ ਪੂਰਾ ਹੈ। ਅਸੀਂ ਉਸ ਪੂਰਨ ਪ੍ਰਭੂ ਨੂੰ ਪਾ ਲਿਆ ਹੈ ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਉਸ ਪ੍ਰਾਪਤੀ ਦੇ ਆਨੰਦ ਵਿੱਚ ਮੈਂ ਹੁਣ ਉਸ ਪੂਰਨ ਗੁਰੂ ਦੇ ਗੁਣ ਗਾ ਰਿਹਾ ਹਾਂ। ਅਸ਼ਟਪਦੀ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਹਰ ਤਨ ਕੇ ਪਰਲੇ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਗੁਰੂ ਸਾਹਿਬ ਕਹਿੰਦੇ ਹਨ, ਹੇ ਪਿਆਰੇ, ਪੂਰੇ ਪ੍ਰਭੂ ਦੀ ਪ੍ਰਾਪਤੀ ਲਈ ਤੂੰ ਹੁਣ ਪੂਰੇ ਗੁਰੂ ਦਾ ਉਪਦੇਸ਼ ਸੁਣ। ਪਾਰ ਬ੍ਰਹਮ ਨੂੰ ਨੇੜੇ ਕਰਕੇ ਦੇਖ, ਆਪਣੇ ਕੋਲ ਪ੍ਰਤੀਤ ਕਰ। ਸਵਾਸ ਸਵਾਸ ਪਰਮੇਸ਼ਵਰ ਨੂੰ ਸਿਮਰ। ਇਸ ਤਰ੍ਹਾਂ ਮਨ ਦੇ ਅੰਦਰ ਦੀ ਚਿੰਤਾ ਦੂਰ ਹੋ ਜਾਏਗੀ। ਅਨਿਤ ਪਦਾਰਥਾਂ ਦੀ ਆਸ ਰੂਪੀ ਤਰੰਗਾਂ ਨੂੰ ਆਪਣੇ ਅੰਦਰ ਉੱਠਣ ਤੋਂ ਰੋਕ ਦੇ। ਮਨੋ ਸੰਤਾਂ ਦੀ ਧੂੜੀ ਮੰਗ, ਭਾਵ ਸਤਸੰਗ ਦੀ ਚਾਹ ਦੀ ਉਮੀਦ ਰੱਖ ਤੇ ਤੀਬਰਤਾ ਰੱਖ ਕਿ ਮੈਂ ਸੰਗਤ 'ਚ ਜਾਣਾ। ਆਪਾ ਭਾਵ ਛੱਡ ਕੇ ਪ੍ਰਭੂ ਅੱਗੇ ਬੇਨਤੀ ਕਰ ਕਿ ਸਾਧ ਜਾਂ ਸੰਗ ਦਿਓ, ਜਿਸ ਨਾਲ ਇਸ ਸੰਸਾਰ ਸਮੁੰਦਰ ਦੀ ਅੱਗ ਤੋਂ ਮੈਂ ਤਰ ਜਾਵਾਂ। ਹਰੀ ਰੂਪ ਧਨ ਦੇ ਭਾਵ ਨਾਮ ਧਨ ਦੇ ਭੰਡਾਰ ਭਰ ਲਓ, ਜਿਸ ਦੇ ਸੰਗ ਨਾਲ ਇਹ ਸਭ ਕੁਝ ਲੱਭਦਾ ਹੈ। ਗੁਰੂ ਸਾਹਿਬ ਕਹਿੰਦੇ ਹਨ, ਉਸ ਪੂਰੇ ਗੁਰੂ ਨੂੰ ਨਮਸਕਾਰ ਕਰੋ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜਿਉ, ਗੁਣ ਗੋਵਿੰਦ ਅੰਮ੍ਰਿਤ ਰਸ ਪੀਓ, ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ, ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀਆਂ ਕਾ ਇਹ ਆਧਾਰ। ਗੁਰੂ ਸਾਹਿਬ ਕਹਿੰਦੇ ਹਨ ਕਿ ਸੰਤ ਦੇ ਸੰਗ ਵਿੱਚ ਪਰਮ ਆਨੰਦ ਤੈਨੂੰ ਮਿਲੇਗਾ। ਪ੍ਰਮਾਤਮਾ ਦਾ ਨਾਮ ਸਿਮਰ ਕੇ ਤੈਨੂੰ ਖੇਮ ਕੁਸ਼ਲ ਸ਼ਾਂਤੀ ਦਾ ਆਨੰਦ ਪ੍ਰਾਪਤ ਹੋਏਗਾ। ਖੇਮ ਤੋਂ ਭਾਵ ਹੈ ਕਲਿਆਣ। ਤੇ ਇੱਥੇ ਇਸ ਪਦੇ ਵਿੱਚ ਉਹ ਸਾਨੂੰ ਸਮਝਾ ਰਹੇ ਹਨ ਕਿ ਤੈਨੂੰ ਅਪ੍ਰਾਪਤ ਸੁੱਖ ਪ੍ਰਾਪਤ ਹੋਏਗਾ। ਤੂੰ ਕੁਸ਼ਲ ਰਹੇਗਾ, ਭਾਵ ਤੈਨੂੰ ਸਹਿਜ ਸ਼ਾਂਤੀ ਗਿਆਨ ਤੇ ਪਰਮ ਪਦ ਪ੍ਰਾਪਤ ਹੋਏਗਾ।
ਜੇ ਤੂੰ ਗੋਬਿੰਦ ਦੇ ਗੁਣ ਗਾਏਂਗਾ ਤੇ ਉਹਦਾ ਅੰਮ੍ਰਿਤ ਰਸ ਪੀਏਂਗਾ ਤੇ ਤੈਨੂੰ ਸਾਰੇ ਨਰਕ ਜਿੰਨੇ ਵੀ ਤੂੰ ਆਪਣੇ ਆਪ ਨੂੰ ਇਸ ਮਾਇਆ ਦੇ ਰੂਪ ਵਿੱਚ ਫਸਾ ਕੇ ਰੱਖਿਆ ਹੋਇਆ ਹੈ, ਉੱਥੋਂ ਤੈਨੂੰ ਉਹ ਪ੍ਰਮਾਤਮਾ ਬਚਾ ਲਏਗਾ। ਇਸ ਲਈ ਨਿਤ ਹਿਰਦੇ ਵਿੱਚ ਇੱਕ ਪ੍ਰਭੂ ਨੂੰ ਯਾਦ ਕਰ, ਜਿਸ ਦਾ ਰੂਪ ਇੱਕ ਹੈ ਤੇ ਰੰਗ ਅਨੇਕ ਹਨ। ਉਹ ਨਾਲੇ ਤਾਂ ਜਗ ਨੂੰ ਭੇਟ ਲਾਉਣ ਕਰਕੇ ਦਮੋਦਰ ਹੈ, ਨਾਲੇ ਸ੍ਰਿਸ਼ਟੀ ਦਾ ਪਾਲਣ ਪੋਸ਼ਣ ਕਰਨ ਕਰਕੇ ਉਹ ਗੋਪਾਲ ਹੈ, ਨਾਲੇ ਉਸਦੇ ਦੀਨ ਰਚੇ ਹਨ, ਨਾਲੇ ਉਹਨਾਂ ਤੇ ਦਇਆ ਕਰਕੇ ਦੀਨ ਦਿਆਲ ਹੋ ਰਿਹਾ ਹੈ। ਇੱਕ ਪਾਸੇ ਦੁੱਖ ਹਨ, ਫੇਰ ਦੁੱਖਾਂ ਨੂੰ ਭੰਨ ਕੇ ਦੁੱਖ ਭੰਜਨ ਹੋ ਰਿਹਾ ਹੈ, ਸਗੋਂ ਪੂਰੀ ਤਰ੍ਹਾਂ ਕਿਰਪਾਲੂ ਹੋ ਰਿਹਾ ਹੈ। ਐਸੇ ਪਰਮੇਸ਼ਵਰ ਦਾ ਨਾਮ ਸਾਨੂੰ ਬਾਰ-ਬਾਰ ਸਿਮਰਨਾ ਚਾਹੀਦਾ ਹੈ। ਗੁਰੂ ਸਾਹਿਬ ਸਾਨੂੰ ਇਹੋ ਸਿਮਰਨ ਦਾ ਉਪਦੇਸ਼ ਦੇ ਰਹੇ ਹਨ, ਜੋ ਕਿ ਸਾਡੇ ਜੀਵਨ ਦਾ ਸੱਚਾ ਆਧਾਰ ਤੇ ਆਸਰਾ ਹੈ। ਉੱਤਮ ਸ਼ਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਵਤ ਉਧਾਰ, ਆਪ ਤਰੇ ਲੋਕੇ ਨਿਸਤਾਰ, ਸਫਲ ਜੀਵਨ ਸਫਲਤਾ ਕਾ ਸੰਗ, ਜਾਕੇ ਮਨ ਲਾਗਾ ਹਰ ਰੰਗ, ਜੇ ਜੇ ਸ਼ਬਦ ਅਨਾਹਤ ਵਾਜੇ, ਸੁਨ ਸੁਨ ਅਨੰਦ ਕਰੇ ਪ੍ਰਭ ਗਾਜੇ, ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ, ਨਾਨਕ ਉਦਰੇ ਤਿਨਕੇ ਸਾਥੇ। ਗੁਰੂ ਸਾਹਿਬ ਕਹਿੰਦੇ ਹਨ, ਸਾਧੂ ਭਾਵ ਗੁਰੂ ਦੇ ਉਚਾਰੇ ਇਹ ਵਾਕ ਵਾਹਿਗੁਰੂ ਦੇ ਜਮ ਦੇ ਉੱਤਮ ਚੰਦ ਹਨ। ਇਹ ਅਮੋਲਕ ਲਾਲ ਤੇ ਰਤਨ ਹਨ, ਜਿਨ੍ਹਾਂ ਦੇ ਸੁਣਨੇ ਅਤੇ ਕਮਾਵਣ ਤੋਂ ਉਧਾਰ ਹੁੰਦਾ ਹੈ। ਕਮਾਵਣ ਵਾਲਾ ਆਪ ਤਾਂ ਤਰਦਾ ਹੀ ਹੈ ਤੇ ਨਾਲ ਲੋਕਾਂ ਨੂੰ ਵੀ ਤਾਰਦਾ ਹੈ, ਉਹਨਾਂ ਦਾ ਵੀ ਨਿਸਤਾਰਾ ਕਰਦਾ ਹੈ। ਐਸੇ ਪੁਰਖ ਦਾ ਜੀਵਨ ਸਫਲ ਹੈ, ਉਸ ਦਾ ਸੰਗ ਕਰਨਾ ਵੀ ਸਫਲ ਹੈ, ਜਿਸ ਦੇ ਕਿ ਮਨ ਵਿੱਚ ਵਾਹਿਗੁਰੂ ਜੀ ਦਾ ਰੰਗ ਪ੍ਰੇਮ ਲੱਗਿਆ ਹੋਇਆ ਹੁੰਦਾ ਹੈ। ਐਸੇ ਪ੍ਰੇਮੀ ਲਈ ਜੈ ਜੈ ਦਾ ਸ਼ਬਦ ਅਨਾਹਦ ਰੂਪ ਵਿੱਚ ਵੱਜਦਾ ਹੈ। ਉਹ ਪ੍ਰੇਮੀ ਉਸ ਨੂੰ ਸੁਣ ਕੇ ਆਨੰਦਿਤ ਹੁੰਦਾ ਹੈ ਤੇ ਅੱਗੋਂ ਉਹ ਆਪ ਜੈ ਜੈ ਕਰਕੇ ਆਪਣੇ ਪ੍ਰਭੂ ਨੂੰ ਸਲਾਹੁੰਦਾ ਹੈ। ਇਸ ਤਰ੍ਹਾਂ ਮਹਾਤਮਾ ਦੇ ਮਸਤਕ ਉੱਤੇ ਵਾਹਿਗੁਰੂ ਦਾ ਪ੍ਰਕਾਸ਼ ਪਾਉਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ, ਉਸ ਦੇ ਸੰਗ ਨਾਲ ਜਗਤ ਦਾ ਉਧਾਰ ਹੁੰਦਾ ਹੈ। ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਮਿਟ ਗਏ ਬੈਰ ਭਏ ਸਭ ਰੈਨ, ਅੰਮ੍ਰਿਤ ਨਾਮ ਸਾਧ ਸੰਗ ਲੈਣ, ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵਕ ਕੀ ਸੇਵ, ਆਲ ਜੰਜਾਲ बेकार ते रहते, राम नाम सुन रसना कहते, कर प्रसाद दया प्रभधारी, नानक निभे खेप हमारी। ਗੁਰੂ ਸਾਹਿਬ ਕਹਿੰਦੇ ਹਨ ਕਿ ਸ਼ਰਨਾਗਤ ਨੂੰ ਸ਼ਰਨ ਦੇਣ ਦੇ ਯੋਗ ਸੁਣ ਕੇ ਅਸੀਂ ਪ੍ਰਭੂ ਦੀ ਸ਼ਰਨੀ ਆਏ ਤਾਂ ਪ੍ਰਭੂ ਨੇ ਪਰਮ ਕਿਰਪਾ ਧਾਰ ਕੇ ਸਾਨੂੰ ਆਪਣੇ ਆਪ ਨਾਲ ਮਿਲਾ ਲਿਆ। ਸਾਡੇ ਵੈਰ ਮਿਟ ਗਏ ਤੇ ਸਭ ਦੀ ਧੂੜ ਹੋ ਗਏ, ਜਦ ਤੋਂ ਕਿ ਸਾਧਾਂ ਦੇ ਸੰਗ ਵਿੱਚ ਅਸੀਂ ਅੰਮ੍ਰਿਤ ਨਾਮ ਲੈਣ ਲੱਗ ਪਏ। ਇਸ ਤਰ੍ਹਾਂ ਕਰਦਿਆਂ ਜਦੋਂ ਗੁਰੂ ਸਾਹਿਬ ਭਲੀ ਪ੍ਰਕਾਰ ਪ੍ਰਸੰਨ ਹੋ ਗਏ ਤਾਂ ਸੇਵਕ ਦੀ ਸੇਵਾ ਪੂਰੀ ਹੋ ਗਈ, ਭਾਵ ਸਫਲ ਹੋ ਗਈ। ਇਸ ਤਰ੍ਹਾਂ ਗੁਰਦੇਵ ਦੀ ਪ੍ਰਸੰਨਤਾ ਨਾਲ ਆਲ ਜੰਜਾਲ ਦੇ ਵਿਕਾਰਾਂ ਤੋਂ ਅਸੀਂ ਬਚ ਗਏ। ਹੁਣ ਨਿਤ ਵਿਵਹਾਰ ਕੀ ਹੈ? ਪ੍ਰਮਾਤਮਾ ਕਹਿੰਦੇ ਆ, ਰਾਮ ਨਾਮ ਹੀ ਸੁਣਦੇ ਹਾਂ, ਰਾਮ ਨਾਮ ਹੀ ਰਸਨਾ ਤੋਂ ਕਥਨ ਕਰਦੇ ਹਾਂ। ਅਸਲ ਵਿੱਚ ਪ੍ਰਭੂ ਜੀ ਨੇ ਤਰੁੱਠ ਕੇ ਕਿਰਪਾ ਕਰਕੇ ਸਾਡੇ ਤੇ ਦਇਆ ਕੀਤੀ ਹੈ, ਜਿਸ ਕਰਕੇ ਕਿ ਸਾਡੀ ਤੋੜ ਨਿਭ ਗਈ ਹੈ। ਗੁਰੂ ਸਾਹਿਬ ਇਸ ਪਦੇ ਵਿੱਚ ਸਾਨੂੰ ਇਹ ਸਮਝਾ ਰਹੇ ਹਨ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਣੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੇ ਸੋ ਹੋਤ ਨਿਦਾਨ, ਸਰਬ ਇੱਛਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ, ਭੌਰ ਨਾ ਹੋਵੇ ਆਵਣ ਜਾਨ, ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ। ਗੁਰੂ ਸਾਹਿਬ ਕਹਿੰਦੇ ਹਨ, ਹੇ ਮਿੱਤਰੋ, ਸਾਵਧਾਨ ਤੇ ਇਕਾਗਰ ਚਿਤ ਹੋ ਕੇ
ਪ੍ਰਭੂ ਦੀ ਉਸਤਤ ਕਰੋ। ਸੁਖਮਨੀ ਵਿੱਚ ਪਰਮੇਸ਼ਵਰ ਦੇ ਗੁਣ ਤੇ ਨਾਮ ਦੀ ਮਹਿਮਾ ਤੇ ਪਰਮੇਸ਼ਵਰ ਦਾ ਗਿਆਨ ਹੈ। ਜਿਸ ਦੇ ਮਨ ਵਿੱਚ ਵਸ ਜਾਵੇ ਉਹ ਗੁਣਾਂ ਦਾ ਭੰਡਾਰ ਹੋ ਜਾਂਦਾ ਹੈ। ਉਸ ਦੀਆਂ ਸਾਰੀਆਂ ਇੱਛਾ ਪੂਰਨ ਹੋ ਜਾਂਦੀਆਂ ਹਨ। ਉਹ ਪੁਰਖ ਸ੍ਰੇਸ਼ਟ ਹੋ ਕੇ ਸਾਰੇ ਲੋਕਾਂ ਵਿੱਚ ਪ੍ਰਗਟ ਹੋ ਜਾਂਦਾ ਹੈ। ਸਭ ਤੋਂ ਉੱਚਾ ਸਥਾਨ ਉਸ ਨੂੰ ਪ੍ਰਾਪਤ ਹੁੰਦਾ ਹੈ, ਜਿਸ ਥਾਂ 'ਤੇ ਕੋਈ ਉਸ ਨੂੰ ਮੁੜ ਕੇ ਆਉਣਾ ਜਾਣਾ ਹੀ ਨਹੀਂ ਪੈਂਦਾ। ਗੁਰੂ ਸਾਹਿਬ ਇਸ ਪਦੇ ਵਿੱਚ ਕਹਿ ਰਹੇ ਹਨ, ਉਹ ਪੁਰਖ ਜਿਸ ਨੂੰ ਇਹ ਪ੍ਰਾਪਤ ਹੋ ਜਾਵੇ ਉਹ ਹਰੀ ਦਾ ਧਨ ਨੂੰ ਖੱਟ ਕੇ ਇੱਥੋਂ ਲਾਹਾ ਲੈ ਕੇ ਤੁਰਦਾ ਹੈ। ਜਦੋਂ ਕਹਿੰਦੇ ਹਾਂ ਕਿ ਉਹਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ, ਇੱਥੇ ਸਿਰਫ ਇੱਛਾਵਾਂ ਦੁਨਿਆਵੀ ਨਹੀਂ, ਉਹ ਤੁਹਾਨੂੰ ਆਪਣੇ ਆਪ ਨਾਲ ਜਦੋਂ ਮਿਲਾ ਲੈਂਦੇ ਹੈ ਫਿਰ ਤੁਹਾਨੂੰ ਕੋਈ ਇੱਛਾ ਹੀ ਨਹੀਂ ਰਹਿ ਜਾਂਦੀ। ਇੱਛਾ ਦੀ ਤ੍ਰਿਪਤੀ ਹੋ ਜਾਂਦੀ ਹੈ। ਸੁਖਮਨੀ ਵਿੱਚ ਨਾਮ ਦੀ ਮਹਿਮਾ ਹੈ। ਜੋ ਉਪਮਾ ਸੁਖਮਨੀ ਦੀ ਕੀਤੀ ਗਈ ਹੈ ਉਹ ਨਾਮ ਦੀ ਹੈ, ਕਿਉਂਕਿ ਨਾਮ ਦਾ ਸਮੁੰਦਰ ਹੈ ਸੁਖਮਨੀ ਸਾਹਿਬ ਜੀ ਦਾ ਪਾਠ। ਖੇਮ ਸ਼ਾਂਤ ਰਿਦ ਨਵਨਿਧ, ਬੁੱਧ ਗਿਆਨ ਸਰਬ ਤੇ ਸਿੱਧ, ਵਿਦਿਆ ਤਪ ਯੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਇਸਨਾਨ। ਚਾਰ ਪਦਾਰਥ ਕਮਲ ਪ੍ਰਗਾਸ, ਸਬਕੇ ਮਦ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸੀ ਏਕ ਦ੍ਰਿਸ਼ਟੇਤਾ। ਇਹ ਫਲ ਤਿਸ ਜਨ ਕੇ ਮੁਖ ਬਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ। ਗੁਰੂ ਸਾਹਿਬ ਕਹਿੰਦੇ ਹਨ, ਜੇ ਕੋਈ ਗੁਰੂ ਨਾਨਕ ਦੇ ਨਾਮ ਸੰਬੰਧ ਇਸ ਵਚਨ ਮਨ ਲਾ ਕੇ ਸੁਣੇ ਜਾਂ ਮੂੰਹ ਉਚਾਰਨ ਕਰੇ, ਉਸ ਪੁਰਖ ਨੂੰ ਇਹ ਫਲ ਪ੍ਰਾਪਤ ਹੋਏਗਾ ਕਿ ਉਹਨੂੰ ਮੁਕਤੀ, ਸ਼ਾਂਤੀ, ਰਿੱਧੀਆਂ ਤੇ ਨਵਨਿਧੀਆਂ, ਬੁੱਧੀਆਂ, ਗਿਆਨ, ਸਾਰੀਆਂ ਸਿੱਧੀਆਂ, ਵਿਦਿਆ, ਤਪ, ਪ੍ਰਭੂ ਦਾ ਧਿਆਨ, ਉਸ ਨਾਲ ਯੋਗ ਭਾਵ ਮਿਲਾਪ, ਸ੍ਰੇਸ਼ਟ ਗਿਆਨ, ਉੱਤਮ ਇਸ਼ਨਾਨ, ਚਾਰ ਪਦਾਰਥ ਤੇ ਹਿਰਦੇ ਕਮਲ ਖਿੜਨਾ, ਸਭ ਦੇ ਵਿੱਚ ਵਸਦੇ ਹੋਏ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ ਤੇ ਉਸ ਦੀ ਨਿਰਲੇਪਤਾ ਕਿ ਉਹ ਸਭ ਤੋਂ ਉਦਾਸ ਵੀ ਰਹਿੰਦਾ ਹੈ। ਸੋਹਣਾ ਹੋਣ, ਦਾਣਾ ਹੋਣ, ਤਾਤਾ ਜਾਣਨਹਾਰਾ ਹੋਣ, ਊਚ ਨੀਚ ਸਮਦਰਸੀ ਹੋਣਾ, ਅਨੇਕਤਾ ਵਿੱਚ ਇੱਕ ਨੂੰ ਹੀ ਦੇਖਣ ਹੋਣਾ, ਇਹ ਸਭ ਦੀ ਪ੍ਰਾਪਤੀ ਕਰ ਲੈਂਦਾ ਹੈ ਜੋ ਮਨੁੱਖ ਪ੍ਰਮਾਤਮਾ ਦਾ ਇਹ ਉਚਾਰਨ ਕੀਤਾ ਹੋਇਆ ਨਾਮ, ਜਿਹੜਾ ਕਿ ਸੁਖਮਨੀ ਵਿੱਚ ਬਚਨ ਹੈ, ਉਹਨੂੰ ਆਪਣੇ ਮੂੰਹ 'ਚੋਂ ਉਚਾਰਨ ਕਰਦਾ ਹੈ। ਇਹ ਨਿਦਾਨ ਜਪੇ ਮਨ ਕੋਏ, ਸਭ ਜਗ ਮੇਂ ਤਾਂ ਕੀ ਗਤ ਹੋਏ, ਗੁਣ ਗੋਬਿੰਦ ਨਾਮ ਧਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੇ ਮਨ ਬਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮ ਤੇ ਛੁਟੇ, ਜਾਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸਰਣ ਨਾਨਕ ਤੇ ਆਏ। ਗੁਰੂ ਸਾਹਿਬ ਕਹਿੰਦੇ ਹਨ, ਜੋ ਕੋਈ ਇਸ ਨਾਮ ਦੇ ਖਜ਼ਾਨੇ ਸੁਖਮਨੀ ਨੂੰ ਮਨ ਲਾ ਕੇ ਪੜ੍ਹੇਗਾ, ਚਾਹੇ ਉਹ ਕਿਸੇ ਵੀ ਯੁੱਗ ਵਿੱਚ ਹੋਵੇ, ਉਸ ਦੀ ਮੁਕਤੀ ਹੋਏਗੀ। ਬਾਣੀ ਦੇ ਪਾਠ ਵਿੱਚ ਗੋਬਿੰਦ ਦੇ ਗੁਣਾਂ ਦੀ, ਨਾਮ ਦੀ ਧੁਨ ਲੱਗ ਜਾਂਦੀ ਹੈ। ਵੇਦਾਂ, ਸਮ੍ਰਿਤੀਆਂ ਤੇ ਸ਼ਾਸਤਰਾਂ ਤੇ ਨੇ ਵੀ ਇਹੀ ਗੱਲ ਕਰਨੀ ਹੈ ਕਿ ਨਾਮ ਜਪੋ ਤੇ ਗੁਣ ਗਾਓ। ਸਾਰੇ ਮਤਾਂ ਦਾ ਸਿਧਾਂਤ ਵੀ ਨਿਰਾ ਪਰਮੇਸ਼ਵਰ ਦਾ ਨਾਮ ਹੈ, ਉਸ ਦੀ ਆਰਾਧਨਾ ਕਰਨਾ ਹੈ। ਉਸ ਨਾਮ ਦਾ ਨਿਵਾਸ ਗੋਬਿੰਦ ਦੇ ਭਗਤ ਦੇ ਮਨ ਵਿੱਚ ਸਦਾ ਰਹਿੰਦਾ ਹੈ। ਐਸੇ ਗੋਬਿੰਦ ਦੀ ਭਗਤੀ ਵਾਲੇ ਸਾਧੂ ਦੇ ਸੰਗ ਨਾਲ ਕਰੋੜਾਂ ਪਾਪ ਮਿਟ ਜਾਂਦੇ ਹਨ। ਐਸੇ ਸੰਤ ਦੀ ਕਿਰਪਾ ਨਾਲ ਹੀ ਜਮਾਂ ਤੋਂ ਛੁਟਕਾਰਾ ਮਿਲਦਾ ਹੈ। ਲੇਕਿਨ ਗੁਰੂ ਸਾਹਿਬ ਕਹਿੰਦੇ ਹਨ, ਸਾਧੂ ਦੀ ਸ਼ਰਨ ਉਹ ਆਉਂਦੇ ਹਨ ਜਿਨ੍ਹਾਂ ਦੇ ਮੱਥੇ 'ਤੇ ਪ੍ਰਭੂ ਨੇ ਆਪ ਇਹ ਲੇਖ ਲਿਖੇ ਹੋਏ ਹਨ ਕਿ ਉਹ ਪ੍ਰਮਾਤਮਾ ਦਾ ਨਾਮ ਜਪ ਸਕੇ। ਜਿਸ ਮਨ ਬਸੇ ਸੁਨੇ ਲਾਇ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਜੀਤ, ਜਨਮ ਮਰਨ ਤਾਕਾ ਦੁਖ ਨਿਵਾਰੇ, ਦੁਰਲਭ ਦੇ ਤਤਕਾਲ ਉਧਾਰੇ, ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ, ਦੁਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਕੇ ਕਰਮ, ਸਭ ਤੇ ਊਚ ਤਾਕੀ ਸੋਭਾ ਬਨੀ, ਨਾਨਕ ਇਹ ਗੁਣ ਨਾਮ ਸੁਖਮਨੀ। ਸਭ ਤੇ ਊਚ ਤਾਕੀ ਸੋਭਾ ਬਨੀ, ਨਾਨਕ ਇਹ ਗੁਣ ਨਾਮ ਸੁਖਮਨੀ। ਜੋ ਮਨ ਦੀ ਪ੍ਰੀਤ ਲਾ ਕੇ ਇਸ ਨਾਮ ਦੀ
ਪ੍ਰਤਿਪਾਦਨੀ ਬਾਣੀ ਨੂੰ ਸੁਣੇਗਾ ਅਤੇ ਜਿਸ ਦੇ ਮਨ ਵਿੱਚ ਇਹ ਵਸ ਜਾਏਗੀ, ਉਸ ਦੇ ਚਿੱਤ ਵਿੱਚ ਸਰਬ ਪਾਪਾਂ ਦੇ ਹਰਨੇ ਵਾਲਾ ਪ੍ਰਭੂ ਆ ਵਸੇਗਾ। ਉਸ ਦਾ ਜਨਮ ਮਰਨ ਦਾ ਦੁੱਖ ਉਹ ਪ੍ਰਭੂ ਦੂਰ ਕਰ ਦੇਵੇਗਾ ਅਤੇ ਉਸ ਦੀ ਦੁਰਲਭ ਦੇਹ ਦਾ ਝਟਪਟ ਉਧਾਰ ਕਰ ਦੇਵੇਗਾ। ਇਸ ਬਾਣੀ ਵਿੱਚ ਦੱਸੋ ਇੱਕ ਨਾਮ ਦੇ ਮਨ ਵਿੱਚ ਸਮਾ ਜਾਣ ਨਾਲ ਕਿਸੇ ਦੀ ਨਿਰਮਲ ਕੀਰਤੀ ਹੋਏਗੀ ਅਤੇ ਉਸ ਦੀ ਬਾਣੀ ਅੰਮ੍ਰਿਤ ਵਰਗੀ ਮਿੱਠੀ ਅਤੇ ਅਮਰ ਕਰਨੇ ਵਾਲੀ ਹੋਏਗੀ। ਉਸ ਦੇ ਦੁੱਖ ਤੇ ਰੋਗ ਦੇ ਨਾਲ ਹੀ ਉਹ ਜਿਨ੍ਹਾਂ ਦੇ ਫਲ ਵਿੱਚ ਇਹ ਦੁੱਖ ਤੇ ਰੋਗ ਹੁੰਦੇ ਹਨ, ਅਰਥਾਤ ਭੈ ਤੇ ਭਰਮ ਭੱਜ ਜਾਣਗੇ, ਬਿਨਸ ਜਾਣਗੇ। ਉਸ ਦੇ ਕਰਮ ਪਵਿੱਤਰ ਹੋ ਜਾਣਗੇ ਅਤੇ ਉਸ ਦਾ ਨਾਮ ਸਾਧੂ ਹੋ ਜਾਏਗਾ। ਉਸ ਦੀ ਸ਼ੋਭਾ ਸੰਸਾਰਿਕ, ਪਰਮਾਰਥਿਕ ਤੇ ਸਵਰਗੀ ਸ਼ੋਭਾ ਵਾਲੇ ਸਭਨਾਂ ਤੋਂ ਉੱਚੀ ਜਾ ਬਣੇਗੀ। ਇਹਨਾਂ ਗੁਣਾਂ ਕਰਕੇ ਇਸ ਬਾਣੀ ਦਾ ਨਾਮ ਸੁਖਮਨੀ ਹੈ। ਇਹ ਸਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਸਮਝਾ ਰਹੇ ਹਨ। ਅਤੇ ਸੁਖਮਨੀ ਮਨ ਨੂੰ ਸੁਖ ਦੇਣ ਵਾਲੀ, ਅਤੇ ਭਾਵ ਭੈ ਤੇ ਭਰਮ ਦੇ ਅਵਗੁਣ ਅੰਦਰ ਜਦ ਸਭ ਕੁਝ ਪ੍ਰਬਲ ਹੋ ਜਾਂਦਾ ਹੈ ਤਾਂ ਇਹਨਾਂ ਦਾ ਫਲ ਦੁੱਖ ਤੇ ਰੋਗ ਹੁੰਦੇ ਹਨ। ਸੋ ਦੋ ਕਾਰਨ ਭੈ ਤੇ ਭਰਮ, ਇਹ ਦੋਨਾਂ ਤੋਂ ਮੁਕਤ ਕਰਾਉਂਦੀ ਹੈ ਸੁਖਮਨੀ। ਗੁਰੂ ਰਾਮਦਾਸ ਜੀ ਦੇ ਸੁਪੁੱਤਰ ਅਤੇ ਉਹਨਾਂ ਦੇ ਹੀ ਸ਼ਿਸ਼ ਬਣੇ ਗੁਰੂ ਅਰਜਨ ਦੇਵ ਸਾਹਿਬ, ਜਿਨ੍ਹਾਂ ਨੇ ਆਪਣੇ ਜੀਵਨ ਦਾ ਸਾਰ, ਆਪਣੇ ਜੀਵਨ ਦੇ ਦਰਸ਼ਨ, ਆਪਣੇ ਜੀਵਨ ਦੀ ਦ੍ਰਿਸ਼ਟੀ, ਆਪਣੇ ਜੀਵਨ ਦੀ ਪ੍ਰਾਪਤੀ, ਆਪਣੇ ਜੀਵਨ ਦੇ ਗਿਆਨ ਨੂੰ ਇਹਨਾਂ 24 ਅਸ਼ਟਪਦੀਆਂ ਵਿੱਚ ਸਾਡੇ ਲਈ ਸੰਕਲਿਤ ਕੀਤਾ। ਇਸ 24 ਅਸ਼ਟਪਦੀਆਂ ਵਿੱਚ ਅਸੀਂ ਦੇਖਿਆ ਸੰਗਤ ਜੀ, ਹਰ ਅਸ਼ਟਪਦੀ ਵਿੱਚ 8 ਪਦੇ ਹਨ। 8 ਪਦਿਆਂ ਵਿੱਚ 10-10 ਪੰਕਤੀਆਂ ਹਨ ਔਰ ਉਸ ਤੋਂ ਪਹਿਲਾਂ ਹਮੇਸ਼ਾ ਇੱਕ ਸ਼ਲੋਕ ਹੈ। ਉਹ ਸ਼ਲੋਕ ਆਉਣ ਵਾਲੀ ਅਸ਼ਟਪਦੀ ਬਾਰੇ ਗੁਰੂ ਸਾਹਿਬ ਨੇ ਇਸ ਤਰ੍ਹਾਂ ਸਾਜਿਆ ਕਿ ਪਤਾ ਚੱਲੇ ਕਿ ਅਗਲੀ ਅਸ਼ਟਪਦੀ ਵਿੱਚ ਆਉਣਾ ਕੀ ਹੈ। ਇਸ ਬਾਣੀ ਵਿੱਚ ਕੀ ਨਹੀਂ ਹੈ? ਬੁਰੇ ਤੋਂ ਬੁਰਾ, ਸੋਹਣੇ ਤੋਂ ਸੋਹਣਾ, ਬਦਸੂਰਤ ਤੋਂ ਬਦਸੂਰਤ, ਵਿਸ਼ੇ ਵਿਕਾਰ, ਪ੍ਰੇਮ, ਨਿਰੰਤਰ ਗਿਆਨ, ਬ੍ਰਹਮ ਗਿਆਨੀ ਦਾ ਜ਼ਿਕਰ, ਹਰ ਤਰ੍ਹਾਂ ਦੇ ਜਨਮ, ਯੋਨੀਆਂ, ਕਰੋੜਾਂ ਹੀ ਜੀਵ ਜਿੱਦਾਂ ਸਸ਼ੀਰ, ਸੂਰ, ਨਖੱਤਰ, ਧਰਤੀ, ਕਿਸ ਕਿਸ ਗੱਲ ਦੀ ਚਰਚਾ ਨਹੀਂ ਕੀਤੀ। 24,000 ਸਵਾਸ ਹਨ, 24 ਅਸ਼ਟਪਦੀਆਂ ਹਨ। ਜੇ ਘੰਟੇ ਦੀ ਵੀ ਇੱਕ ਅਸ਼ਟਪਦੀ ਕਰੀਏ ਤਾਂ ਸਾਰੇ ਨਾਮ ਦਾ ਸਾਰ ਗੁਰੂ ਸਾਹਿਬ ਨੇ ਇੰਨੀ ਸੋਹਣੀ ਤਰ੍ਹਾਂ ਸਾਡੇ ਲਈ ਪਰੋ ਕੇ ਰੱਖਿਆ। ਇਹਨਾਂ ਦਿਨਾਂ ਵਿੱਚ ਸਾਹਿਬ ਨੇ ਆਪਣੇ ਆਪ ਇੰਨੀ ਸਮਰਥਾ ਬਖਸ਼ੀ ਹੈ ਕਿ ਜੇ ਅਸੀਂ ਸਾਰਿਆਂ ਨੂੰ ਦੁਬਾਰਾ ਸੁਣੀਏ ਅਤੇ ਸਾਨੂੰ 1/4 ਵੀ ਯਾਦ ਰਹਿ ਗਿਆ ਤਾਂ ਜਨਮ ਸਫਲ ਹੋ ਜਾਏਗਾ। ਇਹ ਬਹੁਤ ਵੱਡਾ ਸਰੂਪ ਹੈ ਬਾਣੀ ਦਾ। ਇੱਕ ਮਨੁੱਖੀ ਬਸ 'ਚ ਨਹੀਂ ਹੈ ਕਿ ਤੁਸੀਂ ਇਹ ਕਰ ਸਕੋ। ਗੁਰੂ ਸਾਹਿਬ ਦਾ ਬਹੁਤ ਸ਼ੁਕਰਾਨਾ ਹੈ ਕਿ ਅੱਜ ਪਾਠ ਦੀ ਸਮਾਪਤੀ ਹੋ ਗਈ ਹੈ। ਉਹਨਾਂ ਦੀ ਕਿਰਪਾ ਸਦਕਾ ਇਹ ਸਭ ਕੁਝ ਹੋਇਆ ਹੈ। ਉਹਨਾਂ ਦੀ ਕਿਰਪਾ ਨਾਲ ਇਸ ਸਰੀਰ ਨੂੰ ਇੰਨੀ ਹਿੰਮਤ ਦਿੱਤੀ ਪ੍ਰਮਾਤਮਾ ਨੇ, ਇਸ ਬੁੱਧੀ ਵਿੱਚ ਵਿਚਾਰ ਪਾਏ, ਇੰਨੀ ਸਮਝ ਦਿੱਤੀ ਇਸ ਮਨ ਨੂੰ ਕਿ ਉਹ ਆਪਣੀ ਛੋਟੀ ਜਿਹੀ ਤੁਛ ਬੁੱਧੀ ਦੇ ਨਾਲ, ਉਹਨਾਂ ਦੀ ਕਿਰਪਾ ਨਾਲ, ਉਹਨਾਂ ਦੀ ਰਹਿਮਤ ਨਾਲ ਇਸ ਜੀਵਾ 'ਤੇ ਉਹ ਵਿਰਾਜਮਾਨ ਹੋਏ ਔਰ ਉਹਨਾਂ ਨੇ ਸਮਝਾਇਆ ਇਸ ਅਗਾਧ ਬੋਧ ਬਾਣੀ ਦਾ ਇੱਕ ਨਿੱਕਾ ਜਿਹਾ ਅਰਥ, ਕਿਉਂਕਿ ਇਹ ਇੱਥੇ ਮੁੱਕਦੀ ਨਹੀਂ। ਇਹ ਇੱਕ ਅਜਿਹੀ ਯਾਤਰਾ ਹੈ ਜੋ ਦਿਨ ਪ੍ਰਤੀ ਦਿਨ ਨਵੀਆਂ ਚੀਜ਼ਾਂ ਜੋੜੇਗੀ ਆਪਣੀ ਆਪਣੀ ਅਵਸਥਾ ਦੇ ਹਿਸਾਬ ਨਾਲ। ਪਰ ਸੁਖਮਨੀ ਸਾਹਿਬ 'ਚ ਇਹ ਬਹੁਤ ਜ਼ਿਆਦਾ ਜ਼ਿਕਰ ਹੈ ਕਿ ਇੱਕ ਇਨਸਾਨ ਧਿਆਨ ਅਤੇ ਸਮਾਧੀ ਜਦੋਂ ਲਗਾ ਲੈਂਦਾ ਹੈ ਤਾਂ ਉਹ ਸਭ ਤੋਂ ਵੱਡਾ ਕਰਮ ਹੋ ਜਾਂਦਾ ਹੈ, ਉੱਤਮ ਕਰਮ ਬਣ ਜਾਂਦਾ ਹੈ।
ਔਰ ਉੱਤਮ ਕਰਮ ਬਣਾਉਣ ਦੇ ਲਈ ਇਹ ਪੂਰੀ ਬਾਣੀ ਸਾਡੀ ਮਦਦ ਕਰਦੀ ਹੈ। ਔਰ ਅਸੀਂ ਜਾਣਦੇ ਹਾਂ ਅਸ਼ਟਪਦੀ 'ਚ ਆਇਆ ਸੀ 8ਵੀਂ, ਜਿੱਥੇ ਬ੍ਰਹਮ ਗਿਆਨੀ ਦਾ ਜ਼ਿਕਰ ਹੈ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ। ਸੋ ਆਓ ਅਸੀਂ ਸਾਰੇ ਮਿਲ ਕੇ ਮਨੋ ਨਮਸਕਾਰ ਕਰੀਏ ਉਸ ਬ੍ਰਹਮ ਗਿਆਨੀ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ, ਜਿਨ੍ਹਾਂ ਨੇ ਬਾਣੀ ਦਿੱਤੀ ਹੈ, ਜਿਨ੍ਹਾਂ ਦੀ ਸਦਕਾ ਅਸੀਂ ਇਹ ਲਕਸ਼ ਸਾਨੂੰ ਮਿਲਿਆ ਹੈ। ਇਹ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ ਗੁਰੂ ਸਾਹਿਬ, ਕਿ ਸਾਨੂੰ ਉਹ ਹੋਰ ਗੂੜਾ ਗਿਆਨ ਦੇਣ ਅਤੇ ਮਨ, ਤਨ ਅਤੇ ਪ੍ਰਾਣ ਨਾਲ ਅਸੀਂ ਆਪਣੇ ਸਵਾਸ ਲੇਖੇ ਲਾਈਏ। ਇੱਕ ਕਥਾ ਯਾਦ ਆ ਗਈ ਹੈ ਕਿ ਇੱਕ ਵਾਰੀ ਇੱਕ ਸਾਹੂਕਾਰ ਸੀ, ਉਹਦੇ ਨੌਕਰ ਨੇ ਦੀਵੇ ਲਗਾਉਣੇ ਸੀ ਦੀਵਾਲੀ ਲਈ, ਅਤੇ ਉੱਥੋਂ 2 ਦੀਵੇ ਟੁੱਟ ਜਾਂਦੇ ਨੇ। ਬਹੁਤ ਡਾਂਟਦਾ ਉਹ ਆਪਣੇ ਨੌਕਰ ਨੂੰ। ਅਗਲੇ ਦਿਨ ਸਵੇਰ ਹੁੰਦੀ ਹੈ, ਉਹਦੇ ਪੋਤੇ ਖੇਲ ਰਹੇ ਹੁੰਦੇ ਹੈ, ਤਾਂ ਇੱਕ ਦੀਵੇ ਨੂੰ ਲੈ ਕੇ ਦੂਜੇ ਦੀਵੇ ਨੂੰ ਮਾਰਦੇ ਹੈ, ਤਾਂ ਟੁੱਟ ਜਾਂਦੇ ਸਾਰੇ ਦੀਵੇ। ਤਾਂ ਉਦਾਸ ਬੈਠਾ ਹੁੰਦਾ ਨੌਕਰ, ਤਾਂ ਉਹਦਾ ਮਾਲਿਕ ਪੁੱਛਦਾ ਕੀ ਹੋਇਆ? ਕਹਿੰਦਾ ਆਪਣਾ ਆਪਣਾ ਹੀ ਹੁੰਦਾ, ਮੈਂ ਨੌਕਰ ਹਾਂ ਤਾਂ ਮੇਰੇ ਲਈ 2 ਦੀਵਿਆਂ ਕਰਕੇ ਇੰਨਾ ਡਾਂਟ ਪਈ, ਹੁਣ ਇਹਨਾਂ ਨੇ ਸਾਰੇ ਤੋੜਤੇ, ਤੁਸੀਂ ਕੁਛ ਨਹੀਂ ਕਿਹਾ। ਮਾਲਕ ਕਹਿੰਦੇ ਆ ਉਹਦੇ ਕਿ ਉਹ 2 ਦੀਵੇ ਜਿਹੜੇ ਟੁੱਟੇ ਸੀ ਉਹ ਹਲੇ ਵਰਤੇ ਨਹੀਂ ਗਏ ਸੀ, ਇਹ ਵਰਤੇ ਗਏ ਤਾਂ ਕੋਈ ਫਰਕ ਨਹੀਂ। ਸੋ ਸੰਗਤ ਜੀ, ਇਹ ਜੀਵਨ ਹੈ ਜਿਹੜਾ ਉਹ ਦੀਵਿਆਂ ਵਰਗਾ ਹੈ, ਜਿਸ 'ਚ ਜੋਤ ਨਾਮ ਦੀ ਜਗੀ ਨਹੀਂ, ਔਰ ਉਹ ਜੇ ਟੁੱਟ ਜਾਏ ਉਹ ਵਿਅਰਥਾ ਜੀਵਨ ਹੈ। ਬੜੀ ਕਿਰਪਾ ਨਾਲ ਸਾਨੂੰ ਇਹ ਮਨੁੱਖ ਦੇ ਮਿਲੀ ਹੈ। ਸੋ ਬਹੁਤ ਸ਼ੁਕਰਾਨਾ ਹੈ ਗੁਰੂ ਜੀ ਮਹਾਰਾਜ ਦਾ ਕਿ ਉਹ ਸਾਡਾ ਮਾਰਗਦਰਸ਼ਨ ਕਰ ਰਹੇ ਹੈ, ਸਾਨੂੰ ਉਸ ਰਾਹ 'ਤੇ ਪਾ ਦਿੱਤਾ ਹੈ। ਕਿਉਂਕਿ ਕਹਿੰਦੇ ਹੈ ਕਿ ਕਿਸ ਤਰ੍ਹਾਂ ਕਿਹਦੇ 'ਤੇ ਮਿਹਰਬਾਨ ਹੋਣਾ, ਇਹਦਾ ਕੋਈ ਰੂਲ, ਇਹਦਾ ਕੋਈ ਪ੍ਰਿੰਸੀਪਲ, ਇਹਦਾ ਕੋਈ ਇੱਕ ਸਿੱਧਾ ਤੇ ਸਿੱਧਾ ਆਨਸਰ ਨਹੀਂ ਦਿੱਤਾ ਉਹਨਾਂ ਨੇ ਵੀ ਇੱਕ A ਪਰਸਨ ਇਹ ਕਰੇਗਾ ਅਤੇ B ਪਰਸਨ ਇਹ ਕਰੇਗਾ ਅਤੇ ਤੁਸੀਂ ਪ੍ਰਮਾਤਮਾ ਨੂੰ ਪਾ ਲਓਗੇ। ਇਹਦੇ 'ਚ 2 ਚੀਜ਼ਾਂ ਹੈ, ਪਹਿਲੀ ਪ੍ਰਮਾਤਮਾ ਦੀ ਮਿਹਰ ਅਤੇ ਦੂਜੇ ਸਾਡੇ ਕਰਮ। ਅਸੀਂ ਸਿਰਫ ਇਹੀ ਕਰਮ ਕਰੀਏ ਕਿ ਸੱਚੇ ਮਨ ਨਾਲ ਉਸ ਦੇ ਨਾਮ ਨੂੰ ਧਿਆਈਏ, ਜਿਸ ਰੂਪ ਵਿੱਚ ਵੀ ਉਹ ਤੁਹਾਨੂੰ ਅਤੇ ਮੈਨੂੰ ਅਤੇ ਸਾਡੇ ਸਾਰਿਆਂ ਨੂੰ ਗਿਆਨ ਦਿੰਦੇ ਹੈ। ਹਰ ਕਿਸੇ ਦੀ ਜਰਨੀ ਆਪਣੀ ਹੈ, ਲੇਕਿਨ ਗੁਰੂ ਸਾਹਿਬ ਦੇ ਆਪਣੇ ਸ਼ਬਦ ਨੇ, ਨਾਮ ਹੀ ਸਾਨੂੰ ਅੱਗੇ ਲੈ ਕੇ ਜਾਏਗਾ। ਅਤੇ ਅੱਜ ਸ਼ਬਦ ਨਹੀਂ ਮਿਲਦੇ, ਬੁੱਧੀ 'ਚ ਇੱਦਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ ਜੋ ਬਿਆਨ ਕਰ ਸਕੇ ਕਿ ਇਹ ਪਾਠ ਦੀ ਸਮਾਪਤੀ, ਸੰਪੂਰਨਤਾ ਕਿੱਡੀ ਵੱਡੀ ਮਿਹਰ ਹੈ ਉਸ ਰੱਬ ਦੀ। ਬਹੁਤ ਸ਼ੁਕਰਾਨਾ ਗੁਰੂ ਜੀ ਇਹ ਸਭ ਕਰਾਉਣ ਦਾ, ਬੇਅੰਤ ਸ਼ੁਕਰਾਨਾ ਇੰਨਾ ਪਿਆਰ ਦੇਣ ਦਾ, ਇੰਨੀ ਸਮਰੱਥਾ ਦੇਣ ਦਾ। ਫਿਰ ਦੁਬਾਰਾ ਕਹਾਂਗੀ, ਇਸ ਸਰੀਰ ਨੂੰ ਤੁਸੀਂ ਵਰਤਿਆ, ਸਭ ਕੁਝ ਕਰਨ ਕਰਾਵਨਹਾਰ ਤੁਸੀਂ ਹੋ, ਤੇ ਇਹਦੀ ਸਮਾਪਤੀ ਹੋਈ ਹੈ। ਬਹੁਤ ਸ਼ੁਕਰਾਨਾ ਗੁਰੂ ਜੀ।